ਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਗੌੜੀ ਮਹੱਲਾ ਪੰਜਵਾਂ। ਦੁਲੱਭ ਦੇ ਪਾਈ ਬੜ ਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਦੁਲੱਭ ਦੇ ਪਾਈ ਬੜ ਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਮਰ ਨਾ ਜਾਈ ਜਿਨਾ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਖਾਤ ਪੀਤ ਖੇਲਤ ਹਸਤ ਵਿਸਥਾਰੋ, ਕਵਨ ਅਰਥ ਮ੍ਰਿਤਕ ਸਿੰਗਾਰੋ। ਜੋ ਨਾ ਸੁਨੇ ਜਸ ਪਰਮਾਨੰਦਾ, ਪਸ਼ੁ ਪੰਖੀ ਤ੍ਰਿਗਦ ਜੋਨ ਤੇ ਮੰਦਾ। ਕਹੋ ਨਾਨਕ ਗੁਰ ਮੰਤਰ ਦਿਰੜਾਇਆ, ਕੇਵਲ ਨਾਮ ਰਿਦ ਮਾਹੇ ਸਮਾਇਆ। ਕਹੋ ਨਾਨਕ ਗੁਰ ਮੰਤਰ ਦਿਰੜਾਇਆ, ਕੇਵਲ ਨਾਮ ਰਿਦ ਮਾਹੇ ਸਮਾਇਆ। ਸ੍ਰੀ ਗੁਰੂ ਜੀ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਘਰ ਮਨ, ਜੋ ਹੋਵਨ ਸੋ ਦੂਰ ਪਰਾਨੈ। ਸਤਿਗੁਰੂ
ਪੰਚਮ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਪਾਤਸ਼ਾਹ ਗੁਰਦੇਵ ਸ੍ਰੀ ਸੁਖਮਨੀ ਸਾਹਿਬ ਅੰਮ੍ਰਿਤਮਈ ਬਾਣੀ ਵਿੱਚ ਸਤਿਗੁਰੂ ਪਾਵਨ ਉਪਦੇਸ਼ ਬਖਸ਼ਦੇ ਨੇ। ਰਤਨ ਤਿਆਗ ਕੌਡੀ ਸੰਗ ਰਚੈ, ਸਾਤ ਛੋੜ ਝੂਠ ਸੰਗ ਮਚੈ। ਪਾਤਸ਼ਾਹ ਫਰਮਾਉਂਦੇ ਨੇ ਇਹ ਜੀਵ ਮਨੁੱਖ ਬੈਰਾਗ ਰਤਨ ਨੂੰ ਛੱਡ ਕੇ ਤਿਆਗ ਕੇ ਕੌਡੀ ਵੱਤ ਜੋ ਤੁਛ ਪਦਾਰਥ ਨੇ ਉਹਨਾਂ ਵਿੱਚ ਰਚਦਾ ਬੜੀ ਪ੍ਰੀਤੀ ਕਰਦਾ ਹੈ। ਬੈਰਾਗ ਰਤਨ ਨੂੰ ਛੱਡ ਦਿੰਦਾ ਹੈ, ਨਾਮ ਨੂੰ ਛੱਡ ਕੇ ਝੂਠੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਦੇ ਸਾਥ ਮੱਚਦੇ ਆ, ਬੜਾ ਪ੍ਰਫੁੱਲਤ ਹੁੰਦਾ ਹੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਜੋ ਸਰੀਰ ਛੱਡ ਜਾਣਾ ਇਹ ਸਦੀਵੀ ਨਹੀਂ ਰਹਿਣਾ, ਇਹ ਸੁੰਦਰ ਤਨ ਸੁੰਦਰ ਪਦਾਰਥ ਕੁਟੰਬ ਪਰਿਵਾਰ ਮਹੱਲ ਸਦੀਵੀ ਨਹੀਂ ਰਹਿਣੇ। ਉਸ ਨੂੰ ਮਨੁੱਖ ਸਥਿਰ ਮੰਨਦਾ ਹੈ, ਡੂੰਘੀਆਂ ਨੀਹਾਂ ਰੱਖਦਾ ਹੈ ਮਹੱਲਾਂ ਦੀ, ਧਨ ਪਦਾਰਥ ਜੋੜਦਾ ਹੈ। ਜੋ ਹੋਵਨ ਖਾਦ ਕੀ ਹੈ, ਮਰਨਾ ਸੱਚ ਹੈ ਜਿਉਣਾ ਝੂਠ ਹੈ। ਤੇ ਨੂੰ ਬੜਾ ਦੂਰ ਜਾਣਿਆ ਕਿਉਂਕਿ ਮਰਨਾ ਯਾਦ ਹੀ ਨਹੀਂ। ਪਰ ਸਤਿਗੁਰੂ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਪਿਆਰਿਓ ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਜਿਸ ਮਾਇਆ ਦੇ ਵਾਸਤੇ ਦਿਨ ਰਾਤ ਬੜੀ ਦੌੜ ਵਿੱਚ ਹੈ, ਉਸ ਮਾਇਆ ਨੂੰ ਛੱਡ ਕੇ ਜਾਣਾ। ਬਾਬਾ ਮਾਇਆ ਸਾਥ ਨਾ ਹੋਏ, ਇਹ ਮਾਇਆ ਸਾਥ ਨਹੀਂ ਜਾਂਦੀ। ਇਸ ਮਾਇਆ ਨੂੰ ਛੱਡ ਕੇ ਜਾਣਾ ਤੇ ਇਹਨਾਂ ਨੂੰ ਸਿੰਚਣ ਵਾਸਤੇ ਬੜੇ ਕਸ਼ਟ ਕਰਦਾ, ਝੂਠ ਵੀ ਬੋਲਦਾ, ਪਾਪ ਵੀ ਕਰਦਾ, ਝੂਠੀ ਮਾਇਆ। ਜੋ ਪਰਮੇਸ਼ਰ ਸਹਾਈ ਹੋਣ ਵਾਲਾ ਤਿਸ ਨੂੰ ਤਿਆਗ ਦਿੰਦਾ, ਛੱਡ ਦਿੰਦਾ ਹੈ। ਛੋੜ ਜਾਏ ਤਿਸ ਕਾ ਸਲਾਮ ਕਰੈ, ਸੰਗ ਸਹਾਈ ਤਿਸ ਪਰ ਖਰੈ। ਚੰਦਨ ਲੇਪ ਉਤਾਰੈ ਧੋਏ, ਗਰ ਤਬ ਪ੍ਰੀਤ ਭਸਮ ਸੰਗ ਹੋਏ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਇਹ ਜੀਵ ਪਰਮੇਸ਼ਰ ਦੇ ਜਸ ਰੂਪੀ ਚੰਦਨ ਦੇ ਲੇਪ ਨੂੰ ਕੁਸੰਗ ਵਿਸ਼ੇ ਵਾਸਨਾ ਰੂਪੀ ਪਾਣੀ ਨਾਲ ਧੋ ਦਿੰਦਾ, ਹਿਰਦੇ ਤੋਂ ਦੂਰ ਕਰ ਦਿੰਦਾ ਹੈ। ਕਿਉਂਕਿ ਇਸ ਜੀਵ ਰੂਪੀ ਗਧੇ ਦੀ ਪ੍ਰੀਤ ਕਿਹਨਾਂ ਨਾਲ ਹੈ? ਪਾਪਾਂ ਰੂਪੀ ਭਸਮ ਦੇ ਸਾਥ ਹੁੰਦੀ ਹੈ। ਜਿਵੇਂ ਗਧੇ ਨੂੰ ਚੰਦਨ ਦਾ ਲੇਪ ਕਰੀਓ, ਖੇਹ ਵਿੱਚ ਲੇਟੇਗਾ ਕਿਉਂਕਿ ਸੋਝੀ ਹੀ ਨਹੀਂ ਉਸਨੂੰ, ਧੂੜੀ ਮਿੱਟੀ ਨਾਲ ਹੀ ਨਹੀਂ ਹੋ। ਪਾਤਸ਼ਾਹ ਫਰਮਾਉਂਦੇ ਨੇ ਮਨੁੱਖ ਦਾ ਵੀ ਐਸਾ ਹਾਲ ਹੈ, ਕਿਉਂਕਿ ਸੋਝੀ ਨਹੀਂ, ਗਿਆਨ ਨਹੀਂ ਕਿ ਇਸ ਤਨ ਵਿੱਚ ਆਪਾਂ ਸਦੀਵੀ ਰਹਿ ਨਹੀਂ ਸਕਦੇ। ਇੱਕ ਸਫ਼ਰ ਮਾਨੋ ਕਰ ਰਹੇ ਹਾਂ, ਇਸ ਤਨ ਨੂੰ ਛੱਡ ਕੇ ਜਾਣਾ ਹੈ। ਛੱਡ ਜਾਣਾ ਇਹ ਰੂਹ ਨੇ ਪਿੰਜਰਾ, ਇਹ ਨਾ ਅਸਲ ਟਿਕਾਣਾ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਵਾਰੋ ਵਾਰੀ ਜਾਣਾ। ਵਾਰੀ ਸਭਨਾਂ ਦੀ ਆਉਣੀ ਹੈ, ਕੋਈ ਅੱਗੋਂ ਕੋਈ ਪਿੱਛੋਂ। ਪਾਤਸ਼ਾਹ ਦੇ ਬਚਨ ਨੇ ਰਾਣਾ ਰਾਓ ਨਾ ਕੋਲ ਹੈ, ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ, ਕੋਈ ਧੀਰਜ ਨਹੀਂ ਬੰਧ ਸਕਦਾ। ਵੱਡੇ ਵੱਡੇ ਰਾਜੇ ਮਹਾਰਾਜੇ ਜਗਤ ਤੋਂ ਕੂਚ ਕਰ ਗਏ ਨੇ, ਜਾਣਾ ਆਪਾਂ ਵੀ ਹੈ। ਆਂਧ ਕੂਪ ਮੈਂ ਪਤਤ ਬਿਕਰਾਲ,
ਨਾਨਕ ਕਾਢ ਲਿਓ ਪ੍ਰਭ ਦਇਆਲ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਕਿ ਭਾਈ ਪਿਆਰਿਓ, ਸਤ ਸੰਗੀਓ, ਉਸ ਦਾਤੇ ਮੇਰੇ ਪਰਿਪੂਰਨ ਪਰਮਾਤਮਾ ਸਤਿਗੁਰੂ ਗੁਰਦੇਵ ਅੱਗੇ ਇਸ ਤਰ੍ਹਾਂ ਬੇਨਤੀ ਕਰੋ, ਅਰਦਾਸ ਕਰੋ ਕਿ ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਮੈਂ ਸੰਸਾਰ ਰੂਪੀ ਅੰਧੇ ਕੂਏ ਭਿਆਨਕ ਵਿੱਚ ਪੜ ਰਿਹਾ। ਤੂੰ ਬਖਸ਼ਿਸ਼ਾਂ ਦਾ ਦਾਤਾ, ਗਰੀਬ ਨਵਾਜ ਹੈ, ਅਸੀਂ ਤਾਂ ਸਦੀਵੀ ਭੁੱਲਣ ਖਾਰ। ਤੂੰ ਬਖਸ਼ਣ ਖਾਰ। ਹੇ ਦਿਆਲੂ ਕਿਰਪਾਲੂ ਮੇਰੇ ਗੁਰੂ ਨਾਨਕ, ਇਸ ਤੋਂ ਮੈਨੂੰ ਆਪ ਕੱਢ ਲੈ, ਕਿਉਂਕਿ ਤੇਰੀ ਬਖਸ਼ੀਸ਼ ਤੋਂ ਬਿਨਾਂ ਨਿਕਲਿਆ ਨਹੀਂ ਜਾਂਦਾ। ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਜਿਨ੍ਹਾਂ ਦੀ ਬਾਂਹ ਸਤਿਗੁਰੂ ਤੂੰ ਫੜੀ, ਉਹ ਪਾਰ ਹੋ ਗਏ, ਕਿਉਂਕਿ ਤੂੰ ਬਖਸ਼ੀਸ਼ਾਂ ਦਾ ਮਾਲਕ ਦਾਤਾ ਹੈ। ਆਪ ਬਖਸ਼ਿਸ਼ ਕਰ, ਆਪ ਕੱਢ ਲੈ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਪਾਤਸ਼ਾਹ ਫਰਮਾਉਂਦੇ ਨੇ ਇਸ ਜੀਵ ਦੀ ਕਰਤੂਤ ਕਰਨੀ ਤੋ ਪਸ਼ੂ ਦੀ ਹੈ, ਔਰ ਜਾਤੀ ਕੀ ਹੈ? ਮਨੁੱਖ ਦੀ। ਲੋਕਾਂ ਕੇ ਦਿਖਲਾਵਾ ਦਿਨ ਰਾਤ ਕਰਦਾ ਰਹਿੰਦਾ, ਬੜੇ ਦਿਖਲਾਵੇ ਕਰਦਾ, ਕਿਉਂਕਿ ਕੰਮ ਪਸ਼ੂਆਂ ਵਾਲੇ ਨੇ। ਕਿਉਂਕਿ ਪਸ਼ੂ ਜੂਨੀ ਵਿੱਚੋਂ ਆਇਆ, ਉਹ ਸੰਸਕਾਰ ਮਿਟੇ ਨਹੀਂ। ਕਿਉਂਕਿ ਸਤ ਸੰਗੀ ਜਨੋ ਆਪਣਾ ਇੱਕ ਜਨਮ ਦਾ ਸੰਬੰਧ ਨਹੀਂ ਹੁੰਦਾ, ਕਈਆਂ ਜਨਮਾਂ ਤੋਂ ਆਪਾਂ ਗੁਜ਼ਰ ਕੇ ਆਏ। ਇਹ ਮੇਰੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਅਮੋਲਕ ਜਨਮ ਦੀ ਆਪਾਂ ਨੂੰ ਦਾਤ ਦਿੱਤੀ ਹੈ, ਇੱਕ ਵਾਰੀ ਦਿੱਤੀ ਹੈ। ਮਾਨੋ ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਵੀ ਉਪਦੇਸ਼ ਦਿੰਦੇ ਨੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਾਰੀ ਹੈ ਮਿਲਣ। ਮੇਰੇ ਵਾਹਿਗੁਰੂ ਨੇ ਬਖਸ਼ੀ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੀ ਕਛ ਕਰੈ ਛਪਾਇਆ। ਪਾਤਸ਼ਾਹ ਫਰਮਾਉਂਦੇ ਨੇ, ਬਾਹਰ ਤਾਂ ਉਜਲ ਭੇਖ ਕੀਤਾ, ਬੜੇ ਸੁੰਦਰ ਵਸਤਰ ਪਹਿਨੇ ਨੇ, ਔਰ ਘਿਰ ਦੇ ਅੰਦਰ ਕੀ ਹੈ? ਮਾਇਆ ਰੂਪੀ ਮਲ ਲੱਗ ਰਹੀ ਹੈ। ਕਿਉਂਕਿ ਮੇਰਾ ਮਾਲਕ ਮੇਰਾ ਵਾਹਿਗੁਰੂ ਸੁਣਦਾ ਵੀ ਹੈ, ਦੇਖਦਾ ਵੀ ਹੈ, ਉਹ ਹਿਰਦੇ ਦੀਆਂ ਜਾਣਦਾ ਹੈ। ਪਾਤਸ਼ਾਹ ਦੇ ਬਚਨ ਨੇ, ਕੋਈ ਗਾਵੈ ਰਾਗੀ ਨਾਦੀ ਵੇਦੀ ਬਹੁ ਭਾਂਤ ਕਰ, ਨਹੀਂ ਖਰ ਖਰ ਭੀਜੈ ਰਾਮ ਰਾਜੇ, ਜਿੰਨਾ ਅੰਤਰ ਕਪਟ ਵਿਕਾਰ ਹੈ, ਤਿੰਨਾ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀ। ਮੇਰਾ ਵਾਹਿਗੁਰੂ ਤਾਂ ਜਾਣਦਾ, ਅੰਤਰ ਦਾ ਪ੍ਰੇਰਕ ਅੰਤਰ ਜਾਮੀ ਹੈ ਮੇਰਾ ਵਾਹਿਗੁਰੂ। ਇਹ ਜੀ ਬੜਾ ਲਕੋ ਛੁਪਾ ਕਰਦਾ ਹੈ, ਛਪਸ ਨਾਹੀ ਕਛ ਕਰੈ ਛੁਪਾਇਆ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਵਾਹਿਗੁਰੂ ਤੋਂ ਲੋਕਾਂ ਸੇ ਕਰਮ ਕੁਛ ਛੁਪਾਇਆ ਹੋਇਆ ਛਪਦਾ ਨਹੀਂ, ਪ੍ਰਗਟ ਹੋ ਜਾਂਦਾ। ਕਿਉਂਕਿ ਪ੍ਰਗਟ ਕੌਣ ਕਰਦਾ ਹੈ? ਉਹ ਮਾਲਕ, ਦੀਨ ਦੁਨੀਆ ਦਾ ਸਿਰਜਣਹਾਰ ਦਾਤਾਰ, ਸੁਣਦਾ ਵੀ ਹੈ, ਦੇਖਦਾ ਵੀ ਹੈ, ਉਸ ਤੋਂ ਕੁਝ ਲੁਕਿਆ ਛੁਪਿਆ ਹੈ ਹੀ ਨਹੀਂ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ। ਬਾਹਰ ਤੇ ਗਿਆਨ ਕਥਨੀ ਦਾ ਧਿਆਨ ਪਖੰਡ ਇਸ਼ਨਾਨ ਦਿਖਲਾਵੇ ਦਾ ਬੜੇ ਕਰਦਾ। ਹਿਰਦੇ ਅੰਦਰ ਲੋਭ ਰੂਪੀ ਕੂਕਰ ਵਿਆਪਿਆ ਹੋਇਆ, ਐਸਾ ਲੋਭ। ਅੰਤਰ ਅਗਨ ਬਾਹਰ ਧਨ ਸੁਆਹ, ਗਲ ਪਾਥਰ ਕੈਸੇ ਤਰੈ ਅਥਾਹ। ਹਿਰਦੇ ਦੇ ਅੰਦਰ ਤ੍ਰਿਸ਼ਨਾ ਰੂਪੀ ਅਗਨੀ ਬਲਦੀ ਹੈ, ਬਾਹਰ ਸੇ ਸਰੀਰ ਵਿੱਚ ਸੁਆਹ ਲਾਈ ਹੋਈ ਹੈ।
ਗਲ ਵਿੱਚ ਪਾਪਾਂ ਰੂਪੀ ਪੱਥਰ ਬੰਦ ਰੱਖਿਆ। ਸੋ ਅਥਾਹ ਸੰਸਾਰ ਸਿੰਘ ਤੋਂ ਕਿਵੇਂ ਤਰੇਗਾ। ਪਾਤਸ਼ਾਹ ਫਰਮਾਉਂਦੇ ਨੇ ਭਾਈ ਇੰਜ ਤਰਿਆ ਨਹੀਂ ਜਾਣਾ ਭੇਖ ਤੇ ਪਖੰਡ ਨਾਲ, ਕਿਉਂਕਿ ਉਹ ਮਾਲ ਪਰਵਤਗਾਰ ਹਰ ਕਰਤਾ ਸਭ ਕਿਛ ਜਾਣਦਾ। ਫਿਰ ਰੋਗ ਹੱਥ ਦੀਜਾ ਉਹ ਤਾਂ ਜਾਣਦਾ, ਉਸ ਤੋਂ ਕੁਝ ਲੁਕਿਆ ਛੁਪਿਆ ਕੀ। ਜਾ ਕੈ ਅੰਤਰ ਵਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਜਿਹਦੇ ਅੰਦਰ ਪ੍ਰਭੂ ਆਪ ਵਸੇ, ਜੋ ਤਿਸ ਦਾ ਸਿਮਰਨ ਕਰਦਾ, ਕਿ ਭਾਈ ਸੋਈ ਜਨ ਸ਼ਾਂਤੀ ਸਰੂਪ ਪਰਮੇਸ਼ਰ ਵਿੱਚ ਸਮਾ ਜਾਂਦਾ। ਸੁਨ ਅੰਦਾ ਕੈਸੇ ਮਾਰਗ ਪਾਵੈ, ਕਰ ਕਹਿ ਲਿਓ ਓੜ ਨਿਭਾਵੈ। ਪਾਤਸ਼ਾਹ ਫਰਮਾਉਂਦੇ ਨੇ ਜਿਵੇਂ ਕਿਸੇ ਨੇ ਕਿਹਾ ਕਿ ਅਮ ਕੇ ਵਿਰਸ਼ ਦੀ ਤਰਫ ਨੂੰ ਚਲਾ ਜਾ, ਤਾਂ ਉਹ ਤਿਸ ਆਵਾਜ਼ ਨੂੰ ਸੁਣ ਕੇ ਅੰਧਾ ਕਿਵੇਂ ਰਸਤਾ ਪਾਵੇਗਾ, ਨਹੀਂ ਪਾ ਸਕੇਗਾ। ਅੰਧਾ ਹੈ, ਨੇਤਰਾਂ ਤੋਂ ਦਿਖਾਈ ਨਹੀਂ ਦਿੰਦਾ। ਤੂੰ ਕੋਈ ਦਇਆਵਾਨ ਦਿਆਲੂ ਪੁਰਸ਼ ਉਸ ਦਾ ਹੱਥ ਪਕੜ ਕੇ ਲੈ ਜਾਵੇ, ਤੋ ਅੰਤ ਨੂੰ ਨਿਭ ਜਾਂਦਾ, ਪਹੁੰਚ ਜਾਂਦਾ ਹੈ ਉਹ ਜਗਿਆਸੂ ਅੰਧਾ। ਤੈਸੇ ਜੀਵ ਰੂਪੀ ਅੰਧਾ ਸ਼ਾਸਤਰਾਂ ਨੂੰ ਸੁਣ ਕੇ ਗਿਆਨ ਮਾਰਗ ਪਾ ਨਹੀਂ ਸਕਦਾ, ਕਿਉਂਕਿ ਅਗਿਆਨ ਅਵਿਦਿਆ ਵਿੱਚ ਹੀ ਅੰਧਾ। ਤਾਂ ਤੂੰ ਜਬ ਹੇ ਮੇਰੇ ਪਰਵਰਦਗਾਰ, ਮੇਰੇ ਵਾਹਿਗੁਰੂ, ਤੂੰ ਕਿਰਪਾ ਕਰਕੇ ਮਨ ਰੂਪੀ ਹੱਥ ਨੂੰ ਪਕੜ ਲਵੇਂ, ਤਬ ਸਿਰੇ ਪਹੁੰਚ ਜਾਂਦਾ। ਕਰ ਕਹਿ ਲੇਹੋ ਓੜ ਨਿਭਾਵੈ, ਤੂੰ ਆਪ ਮਨ ਰੂਪੀ ਹੱਥ ਫੜ ਲਵੇਂ ਤੇ ਸਿਰੇ ਪਹੁੰਚੇਗਾ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਪੂਰਾ। ਪਾਤਸ਼ਾਹ ਫਰਮਾਉਂਦੇ ਨੇ ਬੋਲਾ ਪੁਰਸ਼ ਕਿਵੇਂ ਬੁਝਾਰਤ ਨੂੰ ਬੁੱਝੇਗਾ। ਬੋਲਾ ਹੈ, ਸੁਣਾਈ ਨਹੀਂ ਦਿੰਦਾ, ਨਹੀਂ ਸਮਝਦਾ ਬੋਲਾ, ਕਿਉਂਕਿ ਰਾਤਰ ਅਹੀਂ ਤੇ ਸਵੇਰਾ ਦਿਨ ਹੀ ਸਮਝੇਗਾ। ਤਬ ਇਹ ਜੀਵ ਸ਼ਰਧਾ ਵਿਚਾਰ ਰੂਪੀ ਕੰਨਾਂ ਤੋਂ ਰਹਿਤ, ਸ਼ਰਧਾ ਵੀ ਨਹੀਂ ਵਿਚਾਰੀ ਵੀ ਨਹੀਂ। ਸੋ ਵੇਦ ਵਿੱਚ ਨਿਵਿਰਤ ਮਾਰਗ ਵਿੱਚ ਪ੍ਰਵਿਰਤ ਹੋਣ ਦੀ ਬੁਝਾਰਤ ਸੀ। ਸੋ ਤਿਸ ਨੂੰ ਕਿਸ ਨੇ ਪ੍ਰਵਿਰਤ ਮਾਰਗ ਵਿੱਚ ਹੀ ਪੜਨਾ ਸਮਝ ਲਿਆ। ਮਧਰਾ ਮਾਸ ਜਗ ਵਿੱਚ ਲਿਆਉਣਾ ਲਿਖਿਆ, ਜੀਵਾਂ ਨੇ ਗ੍ਰਹਿਣ ਕਰਨਾ ਸਮਝ ਲਿਆ ਕਿ ਗ੍ਰਹਿਣ ਕਰਨਾ, ਕਿਉਂਕਿ ਵੇਦਾਂ ਵਿੱਚ ਇਹ ਲਿਖਿਆ ਕਿ ਮਧਰਾ ਮਾਸ ਜਗ ਵਿੱਚ ਲਿਆਉਣਾ ਲਿਖਿਆ। ਔਰ ਮਨੁੱਖਾਂ ਨੇ ਕੀ ਸਮਝਿਆ ਕਿ ਛਕਣਾ ਗ੍ਰਹਿਣ ਕਰਨਾ ਸਮਝ ਲਿਆ, ਉਲਟ ਸਮਝ ਲਿਆ। ਵੇਦ ਦਾ ਤਾਤ ਪਰਜ ਤਿਆਗ ਕਰਵਾਉਣ ਵਿੱਚ ਸੀ ਕਿ ਇਹ ਵਸਤੂਆਂ ਆਪਾਂ ਤਿਆਗਣੀਆਂ, ਇਹ ਛਕਣੀਆਂ ਨਹੀਂ, ਇਹਨਾਂ ਦਾ ਤਿਆਗ ਕਰਨਾ। ਮਧਰਾ ਮਾਸ ਜੋ ਜੱਗ ਵਿੱਚ ਲਿਆਉਣਾ ਕਿ ਦੱਸਣਾ, ਇਹਨਾਂ ਨੂੰ ਛਕਣਾ ਨਹੀਂ, ਤਿਆਗਣਾ। ਉਹ ਮਨੁੱਖ ਨੇ ਛਕਣਾ ਸਮਝ ਲਿਆ, ਗ੍ਰਹਿਣ ਕਰਨਾ ਉਲਟ ਸਮਝ ਲਿਆ। ਪਾਤਸ਼ਾਹ ਫਰਮਾਉਂਦੇ ਨੇ ਕਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤੋ ਭੀ ਸੁਰ ਭੰਗ। ਜੈਸੇ ਗੂੰਗਾ ਕਿਸੇ ਵਿਸ਼ਨ ਪਦਿਆਂ ਨੂੰ ਗਾਵੇ, ਨਹੀਂ ਗਾ ਸਕਦਾ। ਗੂੰਗਾ ਹੈ, ਕਿਵੇਂ ਗਾਵੇਗਾ ਵਿਸ਼ਨੂੰ ਪਦਿਆਂ ਨੂੰ। ਜੇਕਰ ਉਹ ਯਤਨ ਵੀ ਕਰੇ ਤੋ ਵੀ ਜਿਸ ਦਾ ਸੁਰ ਭੰਗ ਹੀ ਰਹੇਗਾ, ਗੂੰਗਾ। ਤੈਸੇ ਜੀਵ ਪ੍ਰੀਤੀ ਰੂਪੀ ਜੇਵਾ ਤੋਂ ਬਿਨਾਂ ਚਾਹੁੰਦਾ, ਪ੍ਰੀਤ ਨਹੀਂ ਕਿ ਮੈਂ ਭਗਤੀ ਕਰਾਂ, ਤਬ ਤਿਸ ਦੀ ਬਿਰਤੀ ਰੂਪੀ ਸੁਰ ਵਿੱਚ ਵਿਘਨ ਹੀ ਰਹਿੰਦਾ ਹੈ, ਬਿਰਤੀ ਨਹੀਂ ਲੱਗਦੀ। ਕਹਿ ਪਿੰਗਲ ਪਰਵਤ ਪਰ ਭਵਨ, ਨਹੀਂ ਹੋਤ ਊਹਾ ਉਸ ਗਵਨ। ਪਾਤਸ਼ਾਹ ਫਰਮਾਉਂਦੇ ਨੇ ਜੈਸੇ ਕਹਾ ਚਰਨੋਂ ਤੋਂ ਹੀਣ ਪਿੰਗਲਾ, ਚਰਨ ਨਹੀਂ ਪਿੰਗਲਾ ਹੈ ਪਰਬਤ, ਪਰ ਮੰਦਰ ਹੋਵੇ ਜੈਸੇ ਤਿਸ ਦਾ ਉਸ ਪਰ ਜਾਣਾ ਨਹੀਂ ਹੋ ਸਕਦਾ।
पिंगला। तैसे इस जीव का निष्काम कर्म रूपी चरणा तो रहत हो के ब्रह्म रूपी पर्वत पर घर किवें हो गए। पातशाह फरमाउंदे ने उसका जाना नहीं, उसकी बिरती ब्रह्म नूं आलंबन ही नहीं कर सकती, तब तिस बिरती नूं किवें पावेगा। करतार करना मैं दीन बेनती कर, नानक तुमरी किरपा तर। पातशाह फरमाउंदे ने हे करतार मेरे परवरदिगार वाहे गुरु करनारू, मैं जन तेरे दर दा कूकर दीन हो के बेनती अरजोई करदा। ये जीव ऐसे दोषा वाला तेरी किरपा नाल ही तरेगा। तू आप मेहर करे किरपा करो दीन के दाते। मेरा गुण अवगणना विचार हो कोई, माटी का क्या धोपै स्वामी मानस की गति। तू आप कृपा करे तरना हो सांग सहाय, सो आवै ना चीत, जो बैराई तां स्यों प्रीत। पातशाह फरमाउंदे जो इस जीव दे साथ वाहे गुरु सहाई, पैज मेरे गुरु नानक वाहे गुरु ने रखनी। सो इसनूं चित नहीं आउंदा जो काम करो लोभो हंकार विकार आदक जो संबंधी ने, इसते वैर करन हारे शत्रु ने, तेना साथ इसकी बड़ी प्रीति बड़ा प्यार। बलुआ के ग्रह भीतर बस, आनंद केल माया रंग रस। पातशाह दृष्टांत दे के समझाउंदे ने गुरु अर्जन देव महाराज जी। रेते दे घर वत जो खिन भंगर शरीर है अपना, मेरे रेते का घर बनाया तत्काल ढह जाता है। इस विच ये जीव वसदा है भाई। आनंद रूप बिलासां दे देण वाली जान करके माया प्रेम च तदाकार हो कि बड़ा आनंद बड़ा रस, क्योंकि तुष आनंद ते रस ने खिन भंगर दे सरीवी रहन वाले। दृढ़ कर मान मने परतीत, काल न आवे मूढ़े चीत। मन विच जीवन दी दृढ़ करके प्रतीत मान दिया कि मैं जिउना बड़ा है अजे नहीं मरदा, बड़ा धीरज बनी बैठा। इस मूर्ख दे ताई काल याद नहीं आउंदा कि मैं मरना है, भुला दिता मरना। फिर पातशाह फरमाउंदे ने वैर विरोध काम क्रोध मोह, झूठ विकार महालोभ तरो। सतगुरु फरमाउंदे ने प्यारिओ वैर आलप विरोध अदक, काम क्रोध लोभ अहंकार करके झूठ लोभ तरो छल आदक महाविकारां विच लग्या। बड़ी प्रवृत्ति है विकारां। पातशाह फरमाउंदे ने कि भाई इन्हां तो इंज छुटकारा नहीं होना विकारां तो। किवें छुटकारा होवेगा तेरा? सतगुरु आप समत दिंदे कि भाई उस दाते मेरे वाहे गुरु गुरु ग्रंथ साहिब महाराज अगे बेनती अरजोई करो। ए आहू जुगत बेहाने कई जन्म, नानक राख ले हो आपन कर करमो। इस तरह बेनती अरजोई करो कि हे मेरे सतगुरु गरीब नवाज सच्चे पातशाह, इन्हां विकारां विच जुड़े होए नूं कई जन्म लंघ गए, कई जन्म बतीत हो गए दुख पाउंदे आ। हे मेरे वाहे गुरु गरीब नवाज अपनी कृपा करके रखिया कर, आप रखो
राखो अपनी शरण प्रभ मोहे कृपा आप कृपा कर, क्योंकि तू दीन दुनिया दा मालिक है। तेरी शरण विच आए खां, ज्यों जानो त्यों राख हर प्रभ तेरे आ। ज्यों भी जानो सतगुरु रख लवो तेरे, असी तल पग जीव। तू बख्शण खार मालिक, आप बख्श लै, आप इन्हां विकारां तो बख्श लै, अपने नाल मिला लै। पातशाह फरमाउंदे ने, तू ठाकर तुम पह अरदास, जियो पिंड सब तेरी रास। हे मेरे वाहेगुरु, तू ही मेरा ठाकर मेरा स्वामी है। तेरे अगे मेरी बेनती जोदड़ी है। ये मेरे चेतन सता श्री राधिक सब तेरी ही पूंजी दिती हुई है। पातशाह तुम मात पिता हम बारक तेरे, तुम्हारी कृपा मैं सुख कनेरे। हे मेरे परवरदिगार, तुसी ही मेरे माता पिता रूप, हर जी माता हर जी पिता, हर जियो प्रतिपाल, हर जी मेरी सार करे हम हर के बालक। पातशाह तेरी बालकी ये आने खां, कोई मत कोई सोझी नहीं, तेरी कृपा ते ही असां ने बहुत सुख प्राप्त हुंदे ने। तेरी कृपा, तुमरी कृपा मैं सुख कनेरे, ये बख्शिश तेरी। जो सुख मिले ने ये तू बख्शीश कीती। कोई न जाने तुमरा अंत, ऊंचे ते ऊंचा भगवंतो। हे मेरे वाहे गुरु गुरु नानक, आप दा कोई अंत नहीं जानता। तू बड़ा माल परवरदिगार समरथ, कि तू सर्व ब्रह्मा विष्णु महेश ऊंचिया तो भी ऊंचा है। सगल समगरी तुम रै सूत्र तारी, तुम ते हुए सो आज्ञाकारी। ये सारी सैटी तेरे तो होई, साजन वाला मेरे वाहिगुरु एक तू ही है। आपने ये अपने हुक्म चेतन सता रूप धागे विच धारी स्थित की हुई है। सारी सैटी सारा जो तेरे आज्ञा होवे। पातशाह तुम ते होए सो आज्ञा कर, सोई सुंदर है। जो तेरे से हुंदा सो सब आज्ञा विच चलदा, क्योंकि तू बख्शीशां दा मालिक। तुम ते होए सो आज्ञा कर, तुमरी गत मित तुम ही जानी। नानक दास सदा कुर्बानी। हे मेरे गुरु नानक, मेरे सतगुरु गरीब नवाज जी, तेरी गति दी मर्यादा आपने जानी, सब आप ही जानते हो। असी तल पग खां, मैं दास तेरे दर दा कुकर। पातशाह आप पर सदा कुर्बान जाता। पातशाह आप कुर्बान जाते ने गुरु अर्जन देव महाराज। नानक दास सदा कुर्बान, सलोक देनहार प्रभ छोड़ के लागे आन सुआए। सारे पदार्थां दे देनहार प्रभु परमेश्वर नूं छड़ के अजीब स्वार्थां दे करन विच लग गए। उस दाते नूं भुला दिता, दाते नूं छड़ ही दिता, होर स्वार्थां विच लग गए। नानक कहू ना सीजई, बिन नावै पत जाए। पातशाह फरमाउंदे ने,
नानक कहू ना सीजे बिन आवे पत। ते यह किसी स्थान विच सिजदे नहीं। नाम जपे तो बिना, बंदगी तो बिना इन्हां दी परलोक विच पत जाएगी जांदी जो नाम नहीं जपते। आसट पदी 10 वस्तु ले पाछै पावै। एक वस्त कारण बेखोट गवावै। सतगुरु गुरु अर्जन देव महाराज जी पावन उपदेश दिंदे ने प्यारिओ। 10 वस्तु ले पाछै पावै। एक वस्त कारण बेखोट गवावै। ये जीव वाहिगुरु दे दिते होए बहुत पदार्थां नूं लैके पिछे पा दिंदा, भाव बड़े एकत्र करदा। जेकर कोई एक पदार्थ घर विच ना होवे ते इस देनखार नूं की कहंदा कि मैनू कुछ दिता नहीं परमेश्वर दाते ने, कुछ भी नहीं दिता। इसते अपनी प्रतीत गवा लैंदा। जो माता दे गर्भ विच निसने हेत दसौंद देना कीता सी, दसवंध कढ़ांगा, सो ना देने करके अपनी प्रतीत गवाउंदा। क्योंकि अकाल पुरख ने जो इसनूं 10 इंद्रे रूप 10 पदार्थ बख्शे सी, सो इन्हां नूं पिछे पा लैंदा। 11वां जो एक मन है सो परमेश्वर विच लावणे करके वाहिगुरु नाल विगाड़ लैंदा, लाउंदा नहीं। इस मन नूं लाउणा सी पर ना लाया। कि मन गुरु नूं देना, मन दी मत छड्डणी है। पातशाह फरमाउंदे ने गुर की मत तू लेह आने, भगत बिना बहुत डूबे सियाने। गुरु दी मत लै, अपनी मन मत नूं छड्ड दे गुरमतिया। जो तो संबंध कढ़ना एक तां धन माया दा, एक 24 घंटिया विचों जो 2-2.5 घंटे मेरे वाहिगुरु दे निमित्त कढ़ना दी याद विच चुड़ना। ये दसवंध जो वादा कीता सी जगियासू मनुख ने माता दे गर्भ विच के प्रभु तेरा नाम जपांगा, तेरी बंदगी विच जुड़ांगा, मैनू इस जठर अग्नि कुंभी नरक तो बाहर कढ। सब कुछ भुल गया, उस दाते प्रभु नूं वसाल दिता। पातशाह फरमाउंदे ने एक भी ना दे 10 भी घेरले, तो मूड़ा कहो कहा करे। जेकर एक नूं भी ना दवे जो तू मंगदा है, बोड़ो 10 भी लै लवे तेरे तो मूर्ख क्या करेगा। क्योंकि उस मालिक प्रभु अगे कोई बल चारा नहीं चलता अपना। क्योंकि ये दीन दुनिया का मालिक है, करनखार है। पातशाह फरमाउंदे ने भाई जिस ठाकर स्यों नाही चारा, ताको कीजै सद नमस्कारा। ये भाई जिस परमात्मा वाहिगुरु साथ कुछ बल ना चल सके, तेनू सदा नमस्कार करिए, बेनतियां जोदड़ियां करिए। उस दाते अगे अपना कोई बल नहीं चलता कि इंज नहीं तू इंज कर, क्योंकि वह दीन दुनिया का मालिक है, जगत का सिरजणहार है। उस अगे तां बेनती नमस्कार करनी ही बनती है। जाकै मन लागा प्रभ मीठा, सर्ब सुख ताऊ मन बूठा। जिसदे मन विच प्रभु का नाम बड़ा मिठा प्यारा लगता, मन जुड़िया, सारे सुख स्वरूप हरि जिसदे मन विच ही वसिया। जिस जन अपना हुक्म मनाया, सर्ब तोक नानक तिन पाया। जिस जन पासों मेरे वाहिगुरु ने अपना हुक्म मनाया,
ਸਾਰੇ ਪਦਾਰਥਾਂ ਦਾ ਸਮੁਦਾਇ ਭਾਈ ਤਿਸੀ ਨੇ ਪਾ ਲਿਆ ਮਨ। ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਦਾਸ। ਵਾਹਿਗੁਰੂ ਇਸ ਜੀਵ ਨੂੰ ਸਾਹੇ ਰੂਪ ਹੋ ਕੇ ਅਣਗਿਣਤ ਪਦਾਰਥ ਰੂਪ ਆਪਣੀ ਤਰਫ ਨੂੰ ਪੂੰਜੀ ਦਿੰਦਾ, ਜਿਸ ਨੂੰ ਆਨੰਦ ਹੋ ਕੇ ਖਾਂਦਾ ਪੀਂਦਾ ਸਹਿਤ ਉਤਸ਼ਾਹ ਇਹ ਜੀਵ ਵਰਤਦਾ ਹੈ। ਆਪਨੀ ਅਮਾਨ ਕਛ ਬਹੁਰ ਸਾਹੋਲੇ, ਅਗਿਆਨੀ ਮਨ ਰੋਸ ਕਰੇ। ਜੇਕਰ ਉਹ ਸਾਹ ਇਸ ਦੇ ਪਾਸੋਂ ਅਮਾਨਤ ਦਿੱਤੀ ਹੋਈ ਫਿਰ ਲੈ ਲੈਂਦਾ ਤਾਂ ਇਹ ਅਗਿਆਨੀ ਜੀਵ ਤਿਸ ਪਰ ਮਨ ਵਿੱਚ ਕ੍ਰੋਧ ਕਰਦਾ। ਬਿਪਤਾ ਸੰਬੰਧੀ ਦੇ ਮ੍ਰਿਤੂ ਹੋਣੇ ਸੇ ਪਰਮੇਸ਼ਰ ਵਿੱਚ ਦੋਸ਼ ਰੋਪਦਾ ਕਿ ਇੰਜ ਕਿਉਂ ਹੋਇਆ, ਆਮਕਾ ਸੰਬੰਧੀ ਮ੍ਰਿਤੂ ਹੋਇਆ, ਇੰਜ ਹੋਇਆ, ਬੜੇ ਦੋਸ਼ ਦਿੰਦਾ ਹੈ ਪ੍ਰਭੂ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ। ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਤੇ ਜੀਵ ਆਪਣੀ ਪ੍ਰਤੀਤ ਆਪ ਹੀ ਖੋ ਲੈਂਦਾ, ਜਿਸ ਦਾ ਫਿਰ ਵਸਾ ਨਹੀਂ ਹੁੰਦਾ, ਭਰੋਸਾ ਨਹੀਂ ਹੁੰਦਾ। ਜੈਸ ਕੀ ਵਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਪਾਤਸ਼ਾਹ ਫਰਮਾਉਂਦੇ ਨੇ ਜਿਸ ਵਾਹਿਗੁਰੂ ਦੀ ਸਭ ਵਸਤੂ ਦਿੱਤੀ ਹੋਈ ਸੋ ਤੇਰੇ ਅੱਗੇ ਰੱਖੇ, ਆਪਣੀ ਮਮਤਾ ਨਾ ਕਰੇ। ਫਿਰ ਪ੍ਰਭੂ ਦੀ ਆਗਿਆ ਆਪਣੇ ਮਸਤਕ ਪਰ ਮੰਨ ਲਵੇ, ਸੁੱਖ ਦੁੱਖ ਨੂੰ ਸਮਾਨ ਜਾਣ ਕੇ ਭਾਣਾ ਮੰਨੇ। ਵੇ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਤੇ ਬੇਦ ਸਾਹਿਬ ਦੇ ਨਜ਼ਦੀਕ ਸਤਿਗੁਰੂ ਬਿਰਾਜਮਾਨ ਸਨ। ਬੜੀਆਂ ਸੰਗਤਾਂ ਬੈਠੀਆਂ ਨੇ। ਇੱਕ ਮਾਈ ਆਈ ਪਰਿਕਰਮਾ ਕਰਕੇ, ਉਹ ਸਤਿਗੁਰੂ ਗਰੀਬ ਨਿਵਾਸ ਦੇ ਚਰਨਾਂ ਵਿੱਚ ਆਪਣਾ ਬਾਲਕ ਪਾ ਦਿੱਤਾ ਜੋ ਮ੍ਰਿਤਕ ਹੈ। ਪਾਤਸ਼ਾਹ ਕਹਿਣ ਲੱਗੇ ਇਸ ਬਾਲਕ ਨੂੰ ਕੀ ਹੋਇਆ? ਗੁਰੂ ਅਰਜਨ ਦੇਵ ਮਹਾਰਾਜ ਤੇ ਮਾਈ ਨੇ ਇਹ ਬਚਨ ਸਤਿਗੁਰੂ ਦੀ ਬਾਣੀ ਦਾ ਪੜ੍ਹਿਆ। ਪਾਤਸ਼ਾਹ ਜਿਸ ਕੀ ਵਸਤ ਸੇ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਤ। ਫਿਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਸਾਹਿਬ ਜੋ ਸਦਾ ਦਿਆਲ ਰੂਪ ਮੇਰਾ ਵਾਹਿਗੁਰੂ ਤੇ ਚੌਗਣਾ ਨਿਹਾਲ ਕਰ ਦਿੰਦਾ। ਜੇਕਰ ਅੱਗੇ ਪਦਾਰਥ ਦਿੱਤਾ ਹੋਇਆ ਹੋ, ਧਰਮ ਅਰਥ ਕਾਮ ਮੋਖ ਚਾਰੋਂ ਫਲ ਹੀ ਦੇ ਦਿੰਦਾ। ਫਿਰ ਸਤਿਗੁਰਾਂ ਨੇ ਉਸ ਮਾਏ ਨੂੰ 4 ਪੁੱਤਰਾਂ ਦੀ ਦਾਤ ਬਖਸ਼ੀ, ਕਿਉਂਕਿ ਭਾਣਾ ਮੰਨਿਆ ਕਿ ਬਾਲਕ ਮ੍ਰਿਤੂ ਹੋ ਗਿਆ। ਸੁੱਖ ਦੁੱਖ ਨੂੰ ਸਮਾਨ ਜਾਣਿਆ ਕਿ ਮੇਰੇ ਸਤਿਗੁਰੂ ਦੀ ਵਸਤੂ ਸੀ, ਦਿੱਤੀ ਵੀ ਮਾਲਕ ਨੇ, ਲੈ ਗਿਆ ਮਾਲਕ। ਦੁੱਖ ਸੁੱਖ ਨੂੰ ਸਮਾਨ ਜਾਣਿਆ, ਭਾਣਾ ਮੰਨਿਆ। ਇਹ ਸਤਿਗੁਰੂ ਬੜੇ ਦਿਆਲ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ 4 ਪੁੱਤਰਾਂ ਦੀ ਦਾਤ ਬਖਸ਼ੀ। ਫਿਰ ਗੁਰੂ ਘਰ ਦੇ ਬੜੇ ਸੇਵਕ ਰੱਖੇ, ਬਖਸ਼ੀਸ਼ਾਂ ਲਈਆਂ ਪਾਤਸ਼ਾਹ ਤੋਂ। ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਕਿਉਂਕਿ ਜੇ ਆਪਾਂ ਭਾਣਾ ਮੰਨੀਏ, ਉਸ ਪਰਮੇਸ਼ਰ ਮੇਰੇ ਵਾਹਿਗੁਰੂ ਦੀ ਆਗਿਆ ਵਿੱਚ ਰਹੀਏ, ਦੁੱਖ ਆਇਆ ਸੁੱਖ ਆਇਆ ਮੇਰੇ ਵਾਹਿਗੁਰੂ ਦੀ ਰਜਾ। ਦੁੱਖ ਦੇਵਣ ਵਾਲਾ ਵੀ ਉਹ, ਸੁੱਖ ਦੇਵਣ ਵਾਲਾ ਵੀ ਉਹ। ਇਹ ਵਸਤੂ ਉਸਨੇ ਦਿੱਤੀ ਸੀ, ਉਸੇ ਅੱਗੇ ਹੀ ਭੇਟਾ। ਦੁੱਖ ਸੁੱਖ ਨੂੰ ਸਮ ਕਰਕੇ ਜਾਣਿਆ, ਭਾਣਾ ਮੰਨਿਆ। ਭਾਣਾ ਮੰਨੇ ਸੋ ਸੁੱਖ ਪਾਏ। ਤੇ ਕੈਸੀਆਂ ਬਖਸ਼ੀਸ਼ਾਂ ਗੁਰੂ ਨਾਨਕ ਦੇ ਘਰੋਂ। ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਸਤਿਗੁਰੂ ਫਿਰ ਦਿਆਲ ਹੁੰਦੇ ਨੇ, ਵੱਡੀਆਂ ਬਖਸ਼ੀਸ਼ਾਂ ਬਖਸ਼ਦੇ ਨੇ। 4 ਪਦਾਰਥ ਫਲ ਔਰ ਪੁੱਤਰਾਂ ਦੀ ਦਾਤ ਬਖਸ਼ੀਸ਼ਾਂ ਕੀਤੀਆਂ ਗੁਰਦੇਵ ਨੇ। ਆਨਕ ਭਾਂਤ ਮਾਇਆ ਕੇ ਹੇਤ,
सर पर होवत जान अनेत। हे भाई, जिस माया दे हेत तू माया वास्ते अनेक प्रकार के जतन करदा है दिन रात, सो नीचे करके अनित नाश होने वाली माया है। ये सदीवी रहन वाली नहीं, इस माया ने साथ नहीं जाना। पातशाह दृष्टांत दे के समझाते ने, बिरख की छाया स्यों रंग लावै, ओह बिन सै ओह मन पछतावै। जैसे जो कोई पुरुष बिरछ की छाया, जो छां है बिरछ की, उसना बड़ा प्रेम ला लवे, बड़ा लाउंदा, वो छाया अंत नूं भाई नाश हो जाती है, परछावां ढल जाता है, शरीर भी नहीं बनी रहिंदी छाया। ते वो जन पिछे पछताउंदा कि मैं तो बड़ा नेहो लाया सी। परमेश्वर मेरा वाहिगुरु बिरछ, जो माया रूप छाया, महा माया तां की है छाया। सतगुरु बाणी विच भी कहते, ये प्रभु की छाया, परमेश्वर बिरछ है। जो माया रूप छाया साथ प्रेम करदा, सो दुखी हुंदा, छाया स्थिर नहीं, क्योंकि स्थिरता रहनी नहीं, परछावां ढल जाना। जो दिसै सो चालनहार, लपट रह्यो तह अंध अंधार। पातशाह फरमाउंदे ने, ए भाई, जो पदार्थां दा समुदाय तैनू दृष्टि आउंदा, तू देखदा है, सुनदा है, सो सब चलन वाला है, नासी है। हे अज्ञान रूप अंधेरे, अज्ञान से अंधे, जिस विच तू लंपट हो रहा, कदे विचारिया, क्योंकि विचार नेत्रा तो हीड़ा विचारी नहीं बनया। पर सतगुरां दे वचन ने सिक्खी सिक्ख्या, गुर विचार विचारी बन, गुर उपदेशी गुरमतिया। विचार कर पाप ते पुन दा, सच ते झूठ दा, क्योंकि वह मालिक सबना नू देखदा है। कि मनुख कैसा बेडर है, जो मेरा भै डर नहीं मनदा, वो देखदा दी बही विच वो लिखिया जांदा। पुछेगा की जवाब दवेगा, बटाऊ स्यों जो लावै नहीं, ताको हाथ न आवै के। पातशाह फरमाउंदे ने, जैसे कोई पुरुष रास्ते में चलण वाले साथ प्रेम ला लवे, बटाऊ राही बड़ा प्रेम पा लवे, तेरे हथ कुछ भी नहीं आउंदा। तैसे इन संबंधियां दा जो प्रेम है, ये सच्चा नहीं झूठा है, सो किसी अर्थ भी नहीं। बैदो ना बाई भैणो ना भाई, एको सहाई राम के। एक राम ने सहाई होना है। मन हर के नाम की प्रीत सुखदाई, कर कृपा नानक आप ले लाई। हे भाई, परमेश्वर के नाम की प्रीति कैसी, सुखां दी दाती है। जिस प्रीति दे विच घणे सुख ने, दुख भी सुखां विच बदल जाते ने, जे तू सच्ची प्रीत पा लवे। कर वाहिगुरु कृपा करके आप ला लैंदा, तो प्रीत विच लगदा है। कर कृपा नानक आप ले लाई, क्योंकि मेरे वाहिगुरु की फिर बख्शिश हुंदी है, आप मिलाउंदा। क्योंकि जे मिलन का यतन करा, बाबा जी ने बख्शीशा करनिया। धन धन बाबा ईसर सिंह महाराज जी ने, भाई जे भाग बनावांगे फिर बनणगे, सेवा ते सिमरन करोगे तुहाडे भाग बनणगे। फिर मेरा वाहिगुरु बख्शीशा करदा, मिला लैंदा। मिथ्या तन धन कुटुंब सवाया, मिथ्या हो मैं ममता माया। भाई ये शरीर तन अपना सुंदर धन पदार्थ
कुटुंब ये झूठे जान सच ना मन ले। ये देह विच हौमे माया विच ममता करनी ये भी झूठी है, ये सच्ची नहीं सरीवी नहीं बनी रहनी। मिथ्या राज जोबन धन माल, मिथ्या काम क्रोध विकराल। पातशाह फरमाउंदे ने राज जिवें राज भाग वड्डा धन, चक्रवर्ती राजा बड़ी हुकूमत, जोबन अवस्था धन माल आदि ये सारे झूठे ने सच्चे नहीं। काम क्रोध आदि जो भयानक सो भी भाई झूठे ने। मिथ्या रथ हसती असव वस्त्रा, मिथ्या रंग संग माया भेख हस्ता। रथ हाथी घोड़े वस्त्र आदि सब झूठे ने सच्चे ने। जिस माया के आनंदा के समुदाय नूं देख के ये मनुख बड़ा हसदा बड़ा प्रसन्न होंदा, बड़ा धन आ गया, बड़ी माया मिली, बड़ी वडियाई। सो सब झूठी है भाई मिथ्या। मिथ्या तरो मोह अभिमान, मिथ्या आपस ऊपर करत गुमान। छल मोह हंकार याद के झूठ है, जो अपने पर गुमान करना कि मैं इंज खां इंज तो इंज कर देवांगा, ये गुमान भाई तेरा झूठा है सच्चा नहीं। ये सदीवी नहीं बनया रहना। असथिर भगत साध की सरन, नानक जप जप जीवै हर के चरण। संतां दी शरण होके वाहिगुरु दी भगती करनी यही स्थिर है, क्योंकि जो रब दे जनां दी शरण लैनी। क्योंकि रब दे जन कैसे ने, बचन ने सतगुरां दे साबर अंदर साबरी तन ए वै जालेन। होण नजीक खुदाए दा भेत ना किसै दे। वो खुदा दे नेड़े पर अपना भेत किसी नूं नहीं दिंदे। उस परमेश्वर दी रजा विच रहिंदे ने कि मेरा मालिक समर्थ है मेरी रखेगा। अस्थिर भगत साध की सरन, अस्थिर है शरण रब दे जनां दी। नानक जप जप जीवै हर के चरण। पातशाह फरमाउंदे ने जो वाहिगुरु दे चरणां दा ध्यान, जो मन बाणी से नाम जाप नूं जपना सोई जिउंदा। मिथ्या श्रवण पर निंदा सुने, मिथ्या खस्त पर दर्ब को हिरे। जिन कन्ना से पराई निंदिया नूं सरवण करदा सो कन भी झूठे ने वो सच्चे नहीं। निंदिया करनी भी पाप सुननी भी पाप। निंदा तो किसी दी सुननी करनी उचित ही नहीं। निंदा भली किसी की नाही, मनमुख मुग्ध करान। मोह काले ते निंदका नरके घोर पवा। मूँह काले हुंदे ने निंदकां दे घोर नरक विच भाई वासा है। जो हथ पराए धन नूं पुरावे चोरी करे सो हथ भी झूठे ने, निष्फल सफल नहीं हो हथ। मिथ्या नेत्र पेखत पर त्रै रूप, मिथ्या रसना भोजन अन्न स्वाद। सो नेत्र झूठे ने जो पर स्त्री आदਿਕਾਂ ਦੇ रूप नूं देखते ने, मन दृष्टि करते ने। सो जेवा भी झूठी जो उधर पूर्ण मात्र भोजन तो बिना भिन्न स्वादां नूं चाहुंदी है। मिथ्या चरण पर विकार को ताव, मिथ्या मन पर लोभ लुभाव। जो चरण झूठे ने सो विशेष करके वो चरण पैर विकारां विच धौंदे ने जांदे ने, उन्हां नूं झूठे आखे। सो मन भी झूठा है जो पराए विशेष करके पदार्थां दे लोभ विच लुभाए मन रहिंदा, मन नूं भी झूठा आखिया। मिथ्या तन नहीं पर उपकारा,
ਮਿਥਿਆ ਵਾਸ ਲੇਤ ਬੇਕਾਰਾ। ਪਾਤਸ਼ਾਹ ਫਰਮਾਉਂਦੇ ਨੇ ਉਹ ਸਰੀਰ ਵੀ ਝੂਠਾ ਭਾਈ ਜੋ ਪਰਉਪਕਾਰ ਹੀ ਨਹੀਂ ਕਰਦਾ। ਸੋ ਨਾਸਕਾ ਵੀ ਝੂਠੀ ਜੋ ਵਿਕਾਰਾਂ ਖੇਤ ਵਾਸ਼ਨਾ ਲੈਂਦੀ। ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ। ਸਮਝੇ ਤੋਂ ਬਿਨਾ ਸੰਪੂਰਨ ਇੰਦਰੇ ਪਦਾਰਥ ਸਭ ਝੂਠੇ ਨੇ। ਨਿਸਫਲ ਹੋਏ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਤਿਨਾਂ ਦੀ ਸਰਬ ਅੰਗਾਂ ਸਹਿਤ ਦੇਹ ਸਫਲ ਹੋਈ। ਦੂਜੀ ਦੇਹੀ ਸਫਲ ਨਹੀਂ ਹੁੰਦੀ, ਉਹ ਵਿਅਰਥ ਜਾਂਦੀ ਹੈ। ਜਿਵੇਂ ਜਗਤ ਗੁਰੂ ਨਾਨਕ ਦੇਵ ਮਹਾਰਾਜ ਘਣੇ ਜੰਗਲ ਵਿੱਚ ਬਿਰਾਜਮਾਨ ਨੇ। ਭਾਈ ਮਰਦਾਨੇ ਨੂੰ ਆਖਿਆ ਗੁਰਦੇਵ ਪਾਤਸ਼ਾਹ ਜੀ, ਮਰਦਾਨਿਆ ਰਵਾਬ ਵਜਾ ਬਾਣੀ ਆਈ। ਸਤਿਗੁਰਾਂ ਨੇ ਨੇਤਰ ਮੀਚ ਲਏ, ਸ਼ਬਦ ਦਾ ਗਾਇਨ ਕੀਤਾ। ਧੁਰ ਕੀ ਬਾਣੀ ਦਾ ਸ਼ਬਦ ਗਾਇਆ, ਭਾਈ ਮਰਦਾਨਾ ਰਵਾਬ ਵਜਾ ਰਿਹਾ। ਮਰਦਾਨੇ ਨੇ ਕੀ ਤੱਕਿਆ, ਇੱਕ ਬਘਿਆੜ ਵਾਹੋ ਦਾ ਹੀ ਭੱਜਿਆ ਆ ਰਿਹਾ, ਪਰ ਇੱਕ ਝਾੜੀ ਵਿੱਚ ਜਾ ਕੇ ਕੁਝ ਸੁੰਘਣ ਲੱਗ ਗਿਆ। ਫਿਰ ਬੈਠ ਗਿਆ ਦੂਰ ਜਾ ਕੇ। ਭਾਈ ਮਰਦਾਨਾ ਦੇਖਦਾ ਜਦੋਂ ਸਤਿਗੁਰਾਂ ਨੇ ਸ਼ਬਦ ਦਾ ਭੋਗ ਪਾਇਆ, ਸਮਾਪਤੀ ਹੋਈ। ਗੁਰਦੇਵ ਅੱਗੇ ਬੇਨਤੀ ਕੀਤੀ, ਸਤਿਗੁਰਾਂ ਨੇ ਨੇਤਰ ਖੋਲ੍ਹੇ। ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਕੀ ਗੱਲ? ਪਾਤਸ਼ਾਹ ਗਰੀਬ ਨਵਾਜ ਇੱਕ ਬਘਿਆੜ ਵਾਹੋ ਦਾ ਹੀ ਭੱਜਿਆ ਆ ਰਿਹਾ ਸੀ, ਕੁਝ ਦੂਰੀ ਤੇ ਝਾੜੀਆਂ ਵਿੱਚ ਕੁਝ ਸੁੰਘਦਾ ਸੀ, ਫਿਰ ਬੈਠ ਗਿਆ। ਪਾਤਸ਼ਾਹ ਉੱਠੇ, ਨਾਲ ਭਾਈ ਮਰਦਾਨਾ ਭਾਈ ਬਾਲਾ ਜੀ ਗਏ। ਕੀ ਦੇਖਿਆ ਤੱਕਿਆ, ਮ੍ਰਿਤਕ ਦੇਹੀ ਪਈ। ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਇਹ ਧੁਰ ਕੀ ਬਾਣੀ ਦਾ ਸ਼ਬਦ ਗਾਇਨ ਹੋਇਆ, ਜੋ ਇਹ ਬਾਣੀ ਧੁਰੋਂ ਸੱਚਖੰਡ ਵਿੱਚੋਂ ਆਈ। ਇੱਕ ਐਸੀ ਬਖਸ਼ੀਸ਼ ਇਸ ਬਘਿਆੜ ਨੂੰ ਸੋਝੀ ਆ ਗਈ ਹਰੀ ਦਾ ਕੀਰਤਨ ਜਸ ਸੁਣ ਕੇ, ਕਿ ਇਹ ਮਨੁੱਖ ਪੈਰਾਂ ਕਰਕੇ ਕਦੇ ਗੁਰੂ ਘਰ ਨਹੀਂ ਗਿਆ, ਹੱਥਾਂ ਨਾਲ ਟਹਿਲ ਨਹੀਂ ਕੀਤੀ, ਨੇਤਰਾਂ ਨਾਲ ਗੁਰੂ ਦੇ ਦਰਸ਼ਨ ਨਹੀਂ ਕੀਤੇ, ਸੀਸ ਗੁਰੂ ਦੇ ਚਰਨਾਂ ਵਿੱਚ ਝੁਕਿਆ, ਰਸਨਾ ਕਦੇ ਨਾਮ ਨੂੰ ਨਹੀਂ ਜਪਦੀ। ਤਰਕਾਰ ਗਏ ਸਰੀਰ ਨੂੰ ਅੱਗੇ ਮੈਂ ਜੂਨੀ ਵਿੱਚ ਖਾਂ। ਇਸ ਰਿਗ ਸਰੀਰ ਨੂੰ ਤਰਕਾਰ ਬਿਨ ਸੇਵਾ, ਤ੍ਰਿਗ ਹੱਥ ਪੈਰ ਖੋਲ ਨਹਿ ਪਲ ਕਰ। ਸੇਵਾ ਤੋਂ ਬਿਨਾਂ ਤਰਕਾਰ ਹੈ ਹੱਥਾਂ ਪੈਰਾਂ, ਹੋਰ ਕਰਨੀ ਵੀ ਨਿਸਫਲ। ਇਹਦੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਮਰਦਾਨਿਆ ਇਸ ਨੂੰ ਗਿਆਨ ਹੋ ਗਿਆ। ਹੁਣ ਜਲ ਲਿਆ, ਸਤਿਗੁਰਾਂ ਨੇ ਛਿੱਟਾ ਦਿੱਤਾ ਬਘਿਆੜ ਤੇ, ਬਘਿਆੜ ਦੀ ਮੁਕਤੀ ਕੀਤੀ। ਕਿਉਂਕਿ ਉਹ ਬਖਸ਼ੀਸ਼ਾਂ ਦਾ ਮਾਲਕ ਕੈਸਾ ਸਮਰੱਥ ਹੈ, ਕੈਸੀ ਬਾਣੀ ਗੁਰੂ ਦੀ ਹੈ, ਜੋ ਪਾਤਸ਼ਾਹ ਉਪਦੇਸ਼ ਦਿੰਦੇ ਨੇ। ਭਾਈ ਮਿਥਿਆ ਚਾਰਨ ਪਰ ਵਿਕਾਰ ਕੋ ਧਾਵ, ਮਿਥਿਆ ਮਨ ਪਰ ਲੋਭ ਲੁਭਾਵ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਵਾਸ ਲੇਤ ਬੇਕਾਰਾ। ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ। ਆਪਣਾ ਤਨ ਸਫਲ ਤਾਂ ਹੋਵੇਗਾ ਜੇ ਆਪਾਂ ਨਾਮ ਜਪਾਂਗੇ। ਕਲਗੀਧਰ ਮਹਾਰਾਜ ਜੀ ਨੇ ਉਸ ਜਗਿਆਸੂ ਨੌਜਵਾਨ ਲੜਕੇ ਤੋਂ ਜਲ ਨਹੀਂ ਛਕਿਆ, ਨੇ ਕਦੇ ਟਹਿਲ ਹੀ ਨਹੀਂ ਕੀਤੀ, ਸੇਵਾ ਹੀ ਨਹੀਂ ਕੀਤੀ। ਤਰਕਾਰ ਹੈ ਹੱਥਾਂ ਪੈਰਾਂ, ਕਿਉਂਕਿ ਜੋ ਨਾਮ ਨਹੀਂ ਜਪਦੀ ਰਸਨਾ, ਹੱਥ ਪੈਰ ਗੁਰੂ ਦੀ ਸੇਵਾ ਟਹਿਲ ਨਹੀਂ ਕਰਦੇ, ਗੁਰੂ ਦੇ ਮਾਰਗ ਤੇ ਚੱਲਦੇ। ਬੇਲਤੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਗੋਬਤ ਸੂਚਾ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਇਹ ਭਾਈ ਸਾਕਤ ਪੁਰਸ਼ ਦੀ ਆਦ ਬਲਾ ਵਿਅਰਥ ਜਾਂਦੀ ਹੈ, ਕਿਸੇ ਅਰਥ ਨਹੀਂ ਲੱਗਦੀ। ਜੈਸਾ ਆਇਆ ਜੈਸਾ ਨਾ ਆਇਆ, ਕਿਉਂਕਿ ਸੱਚੇ ਨਾਮ ਤੋਂ ਬਿਨਾਂ ਉਹ ਕਿਸ ਪ੍ਰਕਾਰ ਪਾਵਨ ਹੁੰਦਾ ਹੈ, ਨਹੀਂ ਹੁੰਦਾ। ਬਿਰਥਾ ਨਾਮ ਬਿਨਾ ਧਨ ਅੰਧ,
ਮੁਖ ਆਵਤ ਤਾਕੈ ਦੁਰਗੰਧ। ਪਾਤਸ਼ਾਹ ਫਰਮਾਉਂਦੇ ਨੇ ਅਗਿਆਨ ਕਰਕੇ ਅੰਧੇ ਜੀਵ ਦਾ ਨਾਮ ਬਿਨਾ ਸਰੀਰ ਭਾਈ ਵਿਅਸਤ ਹੈ, ਕਿਉਂਕਿ ਤੇਰੇ ਮੁਖ ਤੋਂ ਦੁਰਗੰਧ ਆਉਂਦੀ, ਨਿੰਦਿਆ ਚੁਗਲੀ ਵਿੱਚ ਪ੍ਰਵਿਰਤ ਹੈ। ਦੂਜੇ ਖੋਟੇ ਭਾਵ ਦੇ ਬਚਨ ਬੋਲਦਾ, ਖੋਟੇ ਕਰਮਾਂ ਵਿੱਚ ਜੁੜਿਆ। ਕੌੜੇ ਬਚਨ ਨਿਕਸੇ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਜੋ ਫਿੱਕੇ ਬਚਨ ਬੋਲਦਾ ਮਾਨੋ ਤਨ ਤੇ ਮਨ ਫਿੱਕਾ, ਉਹ ਜੁੜਿਆ ਨਹੀਂ, ਰੰਗ ਨਹੀਂ ਲੱਗਿਆ, ਕਿਉਂਕਿ ਖਾਲੀ ਰਹਿ ਗਿਆ। ਚੰਦਨ ਕੈ ਨਿਕਟੈ ਵਸੈ, ਬਾਂਸ ਸੁਗੰਧ ਨਾ ਹੋਏ। ਐਸੇ ਮਨੁੱਖਾਂ ਦੀ ਬਹੁ ਗਿਣਤੀ ਹੈ। ਚੰਦਨ ਦੇ ਨੇੜੇ ਰਹਿ ਕੇ ਉਹ ਖਾਲੀ ਰਹਿ ਜਾਂਦੇ ਨੇ, ਕਿਉਂਕਿ ਹੰਕਾਰ ਗਰਭ ਵਿੱਚ। ਕਿਉਂਕਿ ਵਾਹਿਗੁਰੂ ਦਾ ਭੈ ਡਰ ਨਹੀਂ ਕਿ ਮੇਰਾ ਮਾਲਕ ਦੇਖਦਾ ਵੀ